ਵਾਰ ਵਿਸਾਖੀ। ਆਕੀ ਰਹਿ ਨ ਕੋ, ਆਕੀ ਰਹਿ ਨ ਕੋਇ। ਖੁਆਰ ਹੋਏ ਸਭ ਮਿਲੇਂਗੇ, ਬਚੇ ਵਾਹਿਗੁਰੂ ਸਾਹਿਬ ਜੀ। ਦੋਹਰਾ। ਚੰਦਰ ਵਾਰ ਵਿਸਾਖੀ ਆਵੇ, ਤਿਸ ਕੇ ਲੱਛਣ ਕਹੂੰ ਸੁਣਾਏ। ਬਰਖਾ ਹੋਵੇ ਬਹੁਤ ਤਬ, ਸਸਤਾ ਅੰਨ ਕੋ ਜਾਣ। ਉਪਰ ਸਤਾਰੇ ਕੁਮੇਰ ਕੇ, ਤਾਲਾ ਹੈ ਸੁਲਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਨਾਲ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠਣ ਦਾ ਆਪ ਸੰਗਤਾਂ ਨੂੰ ਇਹ ਸੁਭਾਗੀ ਸਮਾਂ ਪ੍ਰਾਪਤ ਹੋ ਰਿਹਾ ਹੈ। ਦੁਨੀਆ ਦੇ ਉੱਪਰ ਗੁਰੂ ਖਾਲਸਾ ਜੀ ਭਿਆਨਕ ਮਹਾਮਾਰੀ ਕਰੋਨਾ ਦਾ ਪ੍ਰਭਾਵ ਜਿੱਥੇ ਚੱਲ ਰਿਹਾ ਹੈ, ਉੱਥੇ ਸੰਸਾਰ ਤਲ ਦੇ ਉੱਪਰ ਭੁਚਾਲ, ਤੂਫਾਨ, ਦਰਿਆਵਾਂ ਦੇ ਵਿੱਚ, ਸਮੁੰਦਰਾਂ ਦੇ ਵਿੱਚ ਜਹਾਜ਼ ਡੁੱਬਣੇ, ਐਸੀਆਂ ਆਫਤਾਂ ਗੁਰੂ ਖਾਲਸਾ ਜੀ ਸੰਸਾਰ ਭਰ ਦੇ ਉੱਪਰ ਆ ਰਹੀਆਂ ਹਨ। ਦੁਨੀਆ ਦੇ ਉੱਪਰ ਹਰੇਕ ਧਰਮ ਦੇ ਵਿੱਚ ਵੱਡੇ ਵੱਡੇ ਰਿਸ਼ੀ ਮੁਨੀ, ਮਹਾਂਪੁਰਖ, ਸੰਤ, ਅਵਤਾਰੀ ਪੁਰਖ ਹੋਏ ਹਨ ਅਤੇ ਉਹਨਾਂ ਮਹਾਂਪੁਰਖਾਂ ਨੇ ਆਪੋ ਆਪਣੇ ਅਨੁਭਵ ਦੇ ਨਾਲ ਆਉਣ ਵਾਲੇ ਸਮੇਂ ਦੀਆਂ ਭਵਿੱਖਬਾਣੀਆਂ ਕੀਤੀਆਂ ਹਨ। ਬਹੁਤੇ ਮਰ ਜਾਹੀ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਕਹਿੰਦੇ ਸਰਕਾਰ ਦਾ ਤੇ ਪ੍ਰਜਾ ਦਾ ਯੁੱਧ ਲੱਗੇਗਾ ਤੇ ਯੁੱਧ ਦੇ ਵਿੱਚ ਬਹੁਤਿਆਂ ਦੀਆਂ ਮੌਤਾਂ ਹੋ ਜਾਣਗੀਆਂ। ਪਿਛਲੇ ਸਾਲ ਕਿੰਨੀਆਂ ਕਿਸਾਨਾਂ ਦੀਆਂ ਮੌਤਾਂ ਹੋਈਆਂ ਹੈ, ਕਿੰਨੇ ਗੁਰੂ ਖਾਲਸਾ ਜੀ ਘਰਾਂ ਦੇ ਨੌਜਵਾਨ ਚਿਰਾਗ ਬੁਝੇ ਨੇ। ਇਹ ਮਹਾਰਾਜ ਨੇ ਪਹਿਲਾਂ ਹੀ ਲਿਖਿਆ ਹੈ ਵੀ ਪਹਾੜਾਂ ਵਿੱਚ ਬਿਪਤਾ ਪਵੇਗੀ। ਗੁਰੂ ਖਾਲਸਾ ਜੀ ਉੱਤਰਾਖੰਡ ਦੇ ਪਹਾੜਾਂ ਵਿੱਚ ਸ਼ਾਇਦ ਬੱਦਲ ਡਿੱਗੇ ਸੀ, ਬੱਦਲ ਪਾਟਣ ਕਰਕੇ ਪਹਾੜੀ ਲੋਕਾਂ ਦਾ ਨੁਕਸਾਨ ਹੋਇਆ ਸੀ ਤੇ ਅਣਸੁਖਾਵਾ ਜਿਹਾ ਮੌਸਮ ਪੰਜਾਬ ਦਾ ਵੀ ਬਣ ਗਿਆ ਸੀ। ਪਿਛਲੇ ਸਾਲ ਤੋਂ ਹੀ ਕਿਸਾਨਾਂ ਨੇ ਮੋਰਚਾ ਲਾਇਆ ਹੈ। ਮੋਰਚਾ ਵੀ ਇੱਕ ਯੁੱਧ ਹੀ ਹੁੰਦਾ ਹੈ। ਇਹ ਯੁੱਧ ਵਿੱਚ ਕਿੰਨੀਆਂ ਮੌਤਾਂ ਹੋਈਆਂ, ਕਿੰਨੇ ਘਰਾਂ ਦੇ ਨੌਜਵਾਨ ਚਿਰਾਗ ਬੁਝੇ, ਇਹ ਤੁਹਾਡੇ ਸਾਹਮਣੇ ਹੀ ਹੈ। ਉੱਤਰ ਦੇਸ਼ ਖਲ ਮਲੀ ਪਰੇ। ਹਿੰਦੁਸਤਾਨ ਦੇ ਨਕਸ਼ੇ ਵਿੱਚ ਵੇਖਿਆ ਜਾਵੇ ਤੇ ਪੰਜਾਬ ਉੱਤਰ ਦੇ ਪਾਸੇ ਹੈ। ਮਹਾਰਾਜ ਕਹਿੰਦੇ ਨੇ ਉੱਤਰ ਦੇਸ਼ ਭਾਵ ਪੰਜਾਬ ਦੇ ਵਿੱਚ ਖਲਬਲੀ ਮਚ ਜਾਵੇਗੀ। ਜਦੋਂ ਇਹ ਸਾਲ ਆਵੇਗਾ ਨਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਦੁੱਖ ਝੱਲਣਾ ਪਵੇਗਾ। ਰੋਗ ਦੁਖ ਸੇ ਬਹੁਤੇ ਮਰੇ। ਲੋਕਾਂ ਵਿੱਚ ਇਹ ਗੱਲ ਫੈਲ ਜਾਵੇਗੀ ਵੀ ਸੰਸਾਰ ਦੇ ਉੱਪਰ ਰੋਗ ਆ ਗਿਆ ਹੈ ਤੇ ਰੋਗ ਦੇ ਦੁੱਖ ਕਰਕੇ ਲੋਕ ਬਹੁਤੇ ਮਰਦੇ ਜਾਂਦੇ ਨੇ। ਇਹੋ ਜਿਹਾ ਰੌਲਾ ਗੌਲਾ ਦੁਨੀਆ ਤੇ ਪੈ ਜਾਵੇਗਾ। ਪਿਛਲੇ ਸਾਲ ਗੁਰੂ ਖਾਲਸਾ ਜੀ ਜਿੱਥੇ ਕਰੋਨਾ ਆਇਆ, ਬਹੁਤੀ ਤਬਾਹੀ ਚੀਨ ਦੇ ਵਿੱਚ, ਇਟਲੀ, ਇੰਗਲੈਂਡ ਵਰਗੇ ਦੇਸ਼ਾਂ ਵਿੱਚ ਹੋਈ, ਪਰ ਪੰਜਾਬ ਦੇ ਵਿੱਚ ਖੌਫ ਪੂਰਾ ਸੀ। ਲੋਕਾਂ ਵਿੱਚ ਇਹ ਰੌਲਾ ਪਿਆ ਸੀ, ਖਲਬਲੀ ਮੱਚੀ ਸੀ ਵੀ ਸੰਸਾਰ ਦੇ ਉੱਪਰ ਕਰੋਨੇ ਦੀ ਬਿਮਾਰੀ ਆ ਗਈ ਹੈ, ਦੁੱਖ ਨਾਲ ਬਹੁਤੇ ਮਰਦੇ ਜਾਂਦੇ ਨੇ, ਘਰਾਂ ਦੇ ਵਿੱਚ ਵੜ ਜਾਓ। ਮਹਾਰਾਜ ਨੇ ਪਹਿਲਾਂ ਲਿਖਿਆ ਵੀ ਇਦਾਂ ਦਾ ਵੇਲਾ ਆਵੇਗਾ ਜਦੋਂ ਸੰਸਾਰ ਦੇ ਉੱਪਰ 100 ਸਾਲ ਦੇ ਵਿੱਚ ਇੱਕ ਵਾਰੀ ਸੋਮਵਾਰ ਦੀ ਵਿਸਾਖੀ ਆਵੇਗੀ। ਦੁੱਧ ਬਹੁਤ ਚੌਪਾਇਆ ਹੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਦੁੱਧ 4 ਗੁਣਾ ਵੱਧ ਹੋ ਜਾਏਗਾ। ਜਦੋਂ ਕਰੋਨਾ ਆਇਆ ਸੀ ਨਾ ਪਿਛਲੇ ਸਾਲ, ਲਾਕਡਾਊਨ ਲੱਗਾ ਸੀ, ਗੁਰੂ ਖਾਲਸਾ ਜੀ ਦੁੱਧ ਨੂੰ ਸੀ ਕੋਈ ਪੁੱਛਦਾ। ਵੇਰਕੇ ਵਾਲਿਆਂ ਡੇਅਰੀ ਵੀ ਬੰਦ ਕਰ ਦਿੱਤੀ ਸੀ ਵੀ ਸਮਾਨ ਤੇ ਲੈਂਦਾ ਕੋਈ ਨਹੀਂ ਤੇ ਅਸੀਂ ਦੁੱਧ ਨੂੰ ਕੀ ਕਰੀਏ।
ਤੇ ਜਿਨ੍ਹਾਂ ਨੇ ਡੇਅਰੀ ਫਾਰਮ ਬਣਾਏ ਸੀ ਉਹਨਾਂ ਨੇ ਦੁੱਧ ਡੋਲਿਆ ਸੀ, ਗਰੀਬਾਂ ਨੂੰ ਵੰਡਿਆ ਸੀ। ਗੁਰੂ ਖਾਲਸਾ ਜੀ ਕਈਆਂ ਦੇ ਘਰਾਂ ਵਿੱਚ ਦੁੱਧ ਰੁਲਦਾ ਵੇਖਿਆ ਗਿਆ ਹੈ, ਕਈਆਂ ਨੇ ਖੋਏ ਮਠਿਆਈਆਂ ਬਣਾ ਕੇ ਖਾਧੀਆਂ ਸਨ। ਮਹਾਰਾਜ ਨੇ ਪਹਿਲਾਂ ਲਿਖਿਆ ਵੀ ਦੁੱਧ 4 ਗੁਣਾ ਵੱਧ ਹੋ ਜਾਵੇਗਾ। ਚਿੱਤਰ ਮਿਰਗ ਪੰਖੇਰੂ ਕੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਐ ਵੀ ਆਮ ਖੇਤਰ ਵਿੱਚ, ਭਾਵ ਆਮ ਸੜਕਾਂ ਤੇ ਖੇਤਾਂ ਵਿੱਚ ਜਾਂ ਆਮ ਦੁਨੀਆ ਤਲ ਦੇ ਉੱਪਰ ਮਿਰਗ ਮੈਨੇ ਪਸ਼ੂ ਤੇ ਪੰਖੇਰੂ ਮੈਨੇ ਪੰਛੀ ਕੋਈ ਫਿਰੇਗਾ, ਬੰਦਾ ਬਾਹਰ ਨਹੀਂ ਨਿਕਲੇਗਾ। ਲਾਕਡਾਊਨ ਲੱਗਾ ਸੀ, ਜਿਹੜਾ ਬਾਹਰ ਨਿਕਲਦਾ ਸੀ ਉਹਨੂੰ ਸਰਕਾਰ ਫੜ ਲੈਂਦੀ ਸੀ, ਡਾਕਟਰ ਫੜ ਲੈਂਦੇ ਸੀ, ਤੇ ਨਹੀਂ ਤੇ ਡਰ ਦੇ ਮਾਰੇ ਲੋਕ ਘਰਾਂ 'ਚ ਹੀ ਵੜੇ ਰਹਿੰਦੇ ਸੀ। ਮਹਾਰਾਜ ਜੀ ਕਹਿੰਦੇ ਵੀ ਸੰਸਾਰ ਤਲ ਦੇ ਉੱਪਰ ਨਾ ਬਹੁਤੇ ਪੰਛੀ ਤੇ ਬਹੁਤੇ ਪਸ਼ੂ ਹੀ ਫਿਰਨਗੇ, ਤੇ ਲਾਕਡਾਊਨ ਦੇ ਵਿੱਚ ਪੰਛੀ ਅਸਮਾਨ ਵਿੱਚ ਤੇ ਸੜਕਾਂ ਤੇ ਡੰਗਰੀ ਵੇਖੀਦੇ ਸਨ, ਡਰਦੇ ਲੋਕ ਘਰਾਂ ਵਿੱਚ ਵੜੇ ਸਨ। ਦੋਹਰਾ ਤੇਲ ਕਪਾਹ ਮੇਵਾ ਬਹੁਤ ਹੋਵੈ ਪ੍ਰਿਥਵੀ ਮਾਹੇ। ਖਤਰਾ ਕੋਏ ਨਾ ਰਹਾ ਕੋ ਛੇੜੇ ਕਿਸ ਨਾਹੇ। ਮਹਾਰਾਜ ਕਹਿੰਦੇ ਦੁਨੀਆ ਉੱਪਰ ਤੇਲ ਕਮਾਹ ਤੇ ਮੇਵੇ ਬਹੁਤੇ ਹੋਣਗੇ ਤੇ ਕਿਸੇ ਨੂੰ ਕੋਈ ਖਤਰਾ ਨਹੀਂ ਹੋਵੇਗਾ, ਕੋਈ ਕਿਸੇ ਨੂੰ ਛੇੜੇਗਾ ਨਹੀਂ। ਜਦੋਂ ਇਹ ਬਿਮਾਰੀ ਆਈ ਤੇ ਸਰਹੱਦਾਂ ਦੇ ਉੱਪਰ ਵੀ ਸ਼ਾਂਤੀ ਜੀ ਬਣੀ ਰਹੀ, ਕਿਸੇ ਨੇ ਬਹੁਤਾ ਕਿਸੇ ਨੂੰ ਛੇੜਿਆ ਨਹੀਂ, ਕੋਈ ਡਰ ਡੁੱਕਰ ਰਿਹਾ ਹੀ ਨਹੀਂ। ਸਾਰੇ ਦੇਸ਼ ਹੀ ਗੁਰੂ ਖਾਲਸਾ ਜੀ ਡਰ ਦੇ ਨਾਲ ਭੈਭੀਤ ਹੋ ਗਏ, ਆਪੋ ਆਪਣੇ ਦੇਸ਼ਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਸਾਰੇ ਪ੍ਰਬੰਧ ਕਰਨ ਲੱਗ ਪਏ ਸਨ। ਚੌਪਈ ਤਰਫ ਹਿੰਦ ਕੀ ਹੋਏ ਹਨੇਰ। ਸੱਚੇ ਪਾਤਸ਼ਾਹ ਜੀ ਕਹਿੰਦੇ ਹਿੰਦੁਸਤਾਨ ਦੀ ਤਰਫ ਵੱਲ ਤੇ ਹਨੇਰ ਪੈ ਜਾਵੇਗਾ। ਹਿੰਦੁਸਤਾਨ ਦੇ ਵਿੱਚ ਤੇ ਹਨੇਰ ਜਿਹਾ ਜਦੋਂ ਇਹ ਆਵੇਗੀ ਨਾ ਸੋਮਵਾਰ ਦੀ ਵਿਸਾਖੀ, ਹਿੰਦੁਸਤਾਨ ਨਹੀਂ ਬਚੇਗਾ ਇਸ ਮਾਰ ਤੋਂ, ਉਹਦੇ ਵਿੱਚ ਵੀ ਹਨੇਰ ਪੈ ਜਾਵੇਗਾ। ਬਹੁਤ ਲੋਟ ਪਰ ਮਰੀਏ ਘੇਰ। ਹਿੰਦੁਸਤਾਨ ਦੇ ਵਿੱਚ ਬਿਮਾਰੀ ਬਹੁਤੀ ਨਹੀਂ ਸੀ ਆਈ, ਰੌਲਾ ਬਹੁਤਾ ਸੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਿਛਲੇ ਸਾਲ ਮਹਾਰਾਜ ਨੇ ਕਿਹਾ ਕਰੋਨਾ ਦੇ ਨਾਮ ਤੇ ਬਹੁਤੀ ਲੁੱਟ ਹੋਵੇਗੀ, ਘੇਰ ਕੇ ਮਾਰਨਗੇ। ਗੁਰੂ ਖਾਲਸਾ ਜੀ ਡਾਕਟਰ ਦੁਨੀਆ ਦੇ ਉੱਪਰ ਦੂਜਾ ਖੁਦਾਇਆ ਹੁੰਦਾ ਏ, ਬੰਦੇ ਦੀ ਜਾਨ ਬਚਾਉਂਦਾ ਏ। ਪਰ ਪਿਛਲੇ ਸਾਲ ਕੁਝ ਡਾਕਟਰਾਂ ਨੇ ਕਰੋਨਾ ਦੀ ਆੜ ਲੈ ਕੇ ਲੋਕਾਂ ਦੇ ਅੰਗ ਕੱਢ ਕੇ ਵੇਚੇ ਸਨ, ਘੇਰ ਕੇ ਹਸਪਤਾਲਾਂ ਵਿੱਚ ਲੈ ਜਾ ਕੇ ਮਾਰਿਆ ਸੀ। ਪਿਛਲੇ ਸਾਲ ਲੋਕਾਂ ਵਿੱਚ ਇਹੋ ਜੀ ਗੱਲ ਸੀ ਵੀ ਜਿਹੜਾ ਹਸਪਤਾਲ ਚਲਿਆ ਗਿਆ ਉਹ ਮੁੜ ਕੇ ਜੀਂਦਾ ਨਹੀਂ ਆਉਂਦਾ। ਮਹਾਰਾਜ ਨੇ ਕਿਹਾ ਹਿੰਦੁਸਤਾਨ ਦੇ ਵਿੱਚ ਹਨੇਰੀ ਇਹੋ ਜੀ ਝੁੱਲੇਗੀ, ਬਹੁਤੀ ਲੁੱਟ ਮਚੇਗੀ, ਘੇਰ ਕੇ ਮਾਰਨਗੇ। ਇਹੋ ਜਿਹਾ ਵਰਤਾਰਾ ਪਿਛਲੇ ਸਾਲ ਹਿੰਦੁਸਤਾਨ ਵਿੱਚ ਵਰਤਿਆ। ਪੂਰਬ ਸੋਂ ਇੱਕ ਆਫਤ ਪੜੇ। ਮਹਾਰਾਜ ਸਾਹਿਬ ਜੀ ਕਹਿੰਦੇ ਪੂਰਬ ਵਾਲੇ ਪਾਸੇ ਤੋਂ ਇੱਕ ਬਿਪਤਾ ਆਵੇਗੀ, ਉਹ ਹਿੰਦੁਸਤਾਨ ਦੇ ਵਿੱਚ ਆ ਕੇ ਪਵੇਗੀ। ਗੁਰੂ ਖਾਲਸਾ ਜੀ ਏਸ਼ੀਆ ਦੇ ਨਕਸ਼ੇ ਵਿੱਚ ਵੇਖਿਆ ਜਾਵੇ ਤੇ ਚੀਨ ਪੂਰਬ ਵਾਲੇ ਪਾਸੇ ਹੈ, ਭਾਵ ਚੀਨ ਤੋਂ ਇੱਕ ਬਿਪਤਾ ਆਵੇਗੀ, ਉਹ ਹਿੰਦੁਸਤਾਨ ਦੇ ਵਿੱਚ ਆ ਕਰਕੇ ਘੇਰਾ ਘੱਤੇਗੀ। ਸਾਰਾ ਹਿੰਦ ਦਬਿੰਦੀ ਪੜੇ। ਸਾਰਾ ਹਿੰਦੁਸਤਾਨ ਦੁਬਦਾ 'ਚ ਪੈ ਜਾਵੇਗਾ। ਇਹ ਚੀਨ ਤੋਂ ਬਿਮਾਰੀ ਭਾਵੇਂ ਪਿਛਲੇ ਸਾਲ ਇਟਲੀ, ਹੋਰਨਾਂ ਦੇਸ਼ਾਂ 'ਚ, ਇੰਗਲੈਂਡ ਵਰਗੇ ਦੇਸ਼ਾਂ ਵਿੱਚ ਆਈ, ਪਰ ਹਿੰਦੁਸਤਾਨ ਵਿੱਚ ਦੁਬਦਾ ਪੂਰੀ ਸੀ, ਲੋਕ ਡਰੇ ਪੂਰੇ ਸਨ। ਚੀਨ ਵੱਲੋਂ ਬਿਮਾਰੀ ਆਵੇਗੀ ਤੇ ਹਿੰਦੁਸਤਾਨ ਦੇ ਵਿੱਚ ਦੁਬਦਾ ਪੈ ਜਾਵੇਗੀ। ਅਗਨ ਦੂਰ ਅਰ ਬਹੁਤ ਜ਼ੁਕਾਮ। ਮਹਾਰਾਜ ਸਾਹਿਬ ਜੀ ਕਹਿੰਦੇ ਐ ਵੀ ਸੰਸਾਰ ਤੇ ਬਿਮਾਰੀ ਕੀ ਆਵੇਗੀ। ਹਿੰਦੁਸਤਾਨ ਤੇ ਵੀ ਕੁਝ ਬਿਮਾਰੀ ਆਈ ਸੀ ਵੀ ਲੋਕਾਂ ਨੂੰ ਬਹੁਤਾ ਜ਼ੁਕਾਮ ਹੋਵੇਗਾ, ਤੇ ਅਗਨੀ ਨਾਲ ਇਹ ਜ਼ੁਕਾਮ ਦੂਰ ਹੋਵੇਗਾ। ਗੁਰੂ ਖਾਲਸਾ ਜੀ ਵੇਖੋ ਇਹ ਕਰੋਨੇ ਦੀ ਬਿਮਾਰੀ ਕੀ ਹੈ, ਜ਼ੁਕਾਮ ਹੀ ਹੈ। ਲੋਕਾਂ ਨੂੰ ਬਹੁਤਾ ਜ਼ੁਕਾਮ ਹੁੰਦਾ ਹੈ ਤੇ ਜ਼ੁਕਾਮ ਦੇ ਨਾਲ ਗੁਰੂ ਖਾਲਸਾ ਜੀ ਸਾਹ ਰੁਕ ਜਾਂਦਾ ਹੈ ਤੇ ਕਈ ਵਾਰ ਬੰਦਿਆਂ ਦੀ ਮੌਤ ਵੀ ਹੁੰਦੀ ਹੈ। ਜਿਵੇਂ ਆਹ ਸਾਲ ਵਿੱਚ ਬਹੁਤੀਆਂ ਮੌਤਾਂ ਹੁੰਦੀਆਂ ਪਈਆਂ ਨੇ, ਤੇ ਆਮ ਡਾਕਟਰਾਂ ਨੇ ਕਿਹਾ ਸੀ ਵੀ ਇਹਦੇ ਤੋਂ ਬਚਣ ਦਾ ਇੱਕੋ ਇੱਕ ਹੀ ਫਾਰਮੂਲਾ ਹੈ ਵੀ 2 ਟਾਈਮ ਭਾਫ ਲਓ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ ਹੈ ਵੀ ਬਹੁਤਾ ਜ਼ੁਕਾਮ ਹੋਵੇਗਾ ਜਦੋਂ ਸੋਮਵਾਰ ਦੀ ਵਿਸਾਖੀ ਆਵੇਗੀ, ਤੇ
ਅਗਨੀ ਦੇ ਨਾਲ ਦੂਰ ਹੋਵੇਗਾ, ਭਾਵ ਭਾਵਲੀਤਿਆਂ ਇਹ ਦੂਰ ਹੋ ਜਾਵੇਗਾ। ਧੰਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ। 300 ਸਾਲ ਪਹਿਲਾਂ ਮਹਾਰਾਜ ਨੇ ਬਿਪਤਾ ਵੀ ਦੱਸ ਦਿੱਤੀ ਤੇ ਇਲਾਜ ਵੀ ਦੱਸ ਦਿੱਤਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਗੜ ਫੋੜਾ ਪ੍ਰਿਥਵੀ ਮੇ ਆਮ। ਸੱਚੇ ਪਾਤਸ਼ਾਹ ਜੀ ਕਹਿੰਦੇ ਕਿਸੇ ਦੇ ਗੜ ਹੋ ਜਾਣਾ, ਕਿਸੇ ਦੇ ਫੋੜਾ ਨਿਕਲ ਆਉਣਾ, ਇਹ ਆਮ ਹੀ ਰੋਗ ਹੋਵੇਗਾ। ਤੇ ਪਿਛਲੇ ਸਾਲ ਇਹੋ ਜਿਹੇ ਰੋਗ ਆਮ ਹੀ ਲੋਕਾਂ ਨੂੰ ਹੋਏ। ਸਰੀਰ ਦੇ ਉੱਪਰ ਛੋਟੀ ਛੋਟੀ ਇਨਫੈਕਸ਼ਨ, ਫਿੰਮਣੀਆਂ, ਫੋੜੇ ਇਤਿਆਦਿ। ਗੁਰੂ ਖਾਲਸਾ ਜੀ ਇਹ ਰੋਗ ਪੈਦਾ ਹੋਇਆ। ਰਾਹ ਅਰਬ ਕੇ ਚਲੇ ਨਾ ਕੋਈ। ਅਰਬ ਦੇਸ਼ਾਂ ਵੱਲ ਨੂੰ ਕੋਈ ਨਹੀਂ ਜਾਏਗਾ, ਭਾਵ ਬਾਹਰਲੇ ਮੁਲਕਾਂ ਵੱਲ ਤਾਲੇ ਲੱਗ ਜਾਣਗੇ। ਪਿਛਲੇ ਸਾਲ ਗੁਰੂ ਖਾਲਸਾ ਜੀ ਇੱਧਰ ਉੱਧਰ ਜਾਣਾ ਬੰਦ ਹੋ ਗਿਆ ਸੀ। ਬਾਹਰਲੇ ਮੁਲਕਾਂ ਦੀ ਗੱਲ ਤੇ ਦੂਰ ਰਹੀ। ਇੱਕ ਪਿੰਡ ਤੋਂ ਦੂਜੇ ਪਿੰਡ ਜਦੋਂ ਕੋਈ ਜਾਂਦਾ ਸੀ ਨਾ, ਤਾਂ ਵੀ ਪੁੱਛਦੇ ਸੀ ਵੀ ਕਿੱਧਰ ਆਏ ਜੋ। ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਵੀ ਅਰਬ ਦੇਸ਼ਾਂ ਦੇ ਰਾਹ ਭਾਵ ਬਾਹਰਲੇ ਮੁਲਕਾਂ ਨੂੰ ਕੋਈ ਨਹੀਂ ਜਾ ਸਕੇਗਾ। ਜੇ ਕੋ ਚਲੇ ਸੀਸ ਨਾ ਹੋਏ। ਲੋਕਾਂ ਵਿੱਚ ਇਹੋ ਜੀ ਗੱਲ ਫੈਲੇਗੀ ਵੀ ਜਿਹੜਾ ਮੂੰਹ ਕੱਢੇਗਾ ਨਾ ਬਾਹਰ ਨੂੰ, ਉਹਦਾ ਸਿਰ ਨਹੀਂ ਰਵੇਗਾ, ਭਾਵ ਉਹ ਮਰ ਜਾਵੇਗਾ। ਇਸ ਲਈ ਸਹਿਮੇ ਲੋਕ ਆਪਣੇ ਘਰਾਂ ਵਿੱਚ ਵੜੇ ਰਹਿਣਗੇ। ਦੋਹਰਾ ਸਾਚ ਝੂਠ ਨਾ ਬਾਚ ਹੈ, ਕਰੈ ਨਾ ਕੋ ਨਿਰਵਾਰ। ਮਹਾਰਾਜ ਸਾਹਿਬ ਜੀ ਕਹਿੰਦੇ ਸਾਚ, ਮੈਂ ਸੱਚ ਕਹਿਣਾ ਹਾਂ, ਮੈਂ ਝੂਠ ਨਹੀਂ ਕਹਿੰਦਾ। ਗੁਰੂ ਖਾਲਸਾ ਜੀ ਇਹ ਗੱਲ ਝੂਠੀ ਨਾ ਗਿਣਿਓ। ਸਮਾਂ ਆਵੇਗਾ ਸੰਸਾਰ ਦੇ ਤਲ ਤੇ ਸਭ ਕੁਝ ਹੋਵੇਗਾ ਤੇ ਹੋ ਨਿਬੜਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹੋ ਜਿਹੇ ਸਮੇਂ ਨੂੰ ਕੋਈ ਟਾਲ ਨਹੀਂ ਸਕੇਗਾ। ਗੁਰੂ ਖਾਲਸਾ ਜੀ ਵੱਡੇ ਵੱਡੇ ਵਿਗਿਆਨੀ ਵੀ ਬਾਹਾਂ ਖੜੀਆਂ ਕਰ ਗਏ, ਕਿਸੇ ਕੋ ਦਵਾਈ ਨਹੀਂ ਲੱਭੀ ਕਰੋਨੇ ਦੀ ਕੋਈ। ਬੜਾ ਗੁਰੂ ਖਾਲਸਾ ਜੀ ਸਾਰਿਆਂ ਨੇ ਕਿਹਾ ਘਰਾਂ ਵਿੱਚ ਵੜ ਜਾਓ, ਬਚ ਜਾਓ ਜਿਵੇਂ ਬਚਿਆ ਜਾਂਦਾ ਏ, ਇਹਦਾ ਇਲਾਜ ਕੋਈ ਨਹੀਂ ਜੇ। ਕਹਿੰਦੇ ਇਹੋ ਜੀ ਬਿਮਾਰੀ ਆਏਗੀ, ਇਹੋ ਜਿਹਾ ਸਮਾਂ ਆਵੇਗਾ, ਉਹਦੇ ਤੋਂ ਕੋਈ ਬਚਾਅ ਨਹੀਂ ਕਰ ਸਕੇਗਾ। ਐਸੇ ਲੱਛਣ ਸਾਲ ਕੇ ਜੇ ਆਵੇ ਚੰਦਰਵਾਰ। ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਸੋਮਵਾਰ ਦੀ ਵਿਸਾਖੀ ਇੱਕ ਸਦੀ ਵਿੱਚ ਆਵੇਗੀ ਖਾਸ, ਉਦੋਂ ਆ ਲੱਛਣ ਹੋਣਗੇ। ਗੁਰੂ ਖਾਲਸਾ ਜੀ ਆ ਜਦੋਂ 100 ਸਾਲ ਦਾ ਗੇੜ ਚੱਲਿਆ ਹੈ, ਇਸ ਸਦੀ ਵਿੱਚ ਸੋਮਵਾਰ ਦੀ ਵਿਸਾਖੀ ਆਈ ਤੇ ਮੰਗਲ ਪ੍ਰਕਾਸ਼ 100 ਸਾਖੀ ਵਿੱਚ ਮਹਾਰਾਜ ਨੇ ਜੋ ਬਚਨ ਲਿਖੇ ਨੇ ਉਹ ਸੱਚ ਹੋ ਨਿਬੜੇ। ਆ ਜਿਹੜਾ ਸਾਲ ਗੁਰੂ ਖਾਲਸਾ ਜੀ ਚੜਿਆ ਹੈ, ਇਹਨੂੰ ਕਹਿੰਦੇ ਨੇ 2078 ਵਿਕਰਮੀ ਤੇ 2021 ਈਸਵੀ ਤੇ ਵਿਸਾਖੀ ਆਈ ਜੇ ਮੰਗਲਵਾਰ। ਕੈਲੰਡਰ ਤੋਂ ਦੇਖ ਲਿਓ। ਤੇ ਮੰਗਲਵਾਰ ਦੀ ਵਿਸਾਖੀ ਜਦੋਂ ਆਵੇਗੀ ਉਦੋਂ ਕੀ ਕੁਝ ਹੋਵੇਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ ਹੈ, ਪਿਆਰ ਦੇ ਨਾਲ ਮੰਗਲ ਪ੍ਰਕਾਸ਼ 100 ਸਾਖੀ ਵਿੱਚੋਂ ਸਰਵਣ ਕਰੋ। ਚੌਪਈ ਮੰਗਲ ਦੇ ਦਿਨ ਹੋਏ ਵਿਸਾਖੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਦੋਂ ਮੰਗਲਵਾਰ ਦੇ ਦਿਨ ਵਿਸਾਖੀ ਹੋਵੇਗੀ, ਸੁਣੋ ਸੱਜਣ ਗਣ ਮੋਹ ਪੈ ਸਾਖੀ। ਇਹ ਸੱਜਣ ਜਨੋ ਮੇਰੇ ਤੋਂ ਸਾਖੀ ਸੁਣੋ। ਉਦੋਂ ਕੀ ਹੋਵੇਗਾ, ਦੁਨੀਆ ਤੇ ਕਿਹੋ ਜਿਹਾ ਵਰਤਾਰਾ ਹੋਵੇਗਾ, ਉਹ ਮੈਂ ਤੁਹਾਡੇ ਤਾਈਂ ਸੁਣਾਉਣਾ ਹਾਂ। ਦੋਹਰਾ ਸਤਾਰੀ ਮਰੀਖ ਖੁੱਲੇ, ਤਾਲੇ ਹੈ ਸੁਲਤਾਨ। ਮੇਘ ਨ ਬਰਖੈ ਸਮੇਂ ਪਰ, ਮਹਿਰਮ ਅਨ ਨਿਦਾਨ। ਮਹਾਰਾਜ ਸਾਹਿਬ ਜੀ ਨੇ ਨਜੂਮੀਆਂ ਦੀ ਬੋਲੀ ਵਿੱਚ ਲਿਖਿਆ ਏ ਵੀ ਮਰੀਖ ਦੇ ਸਿਤਾਰੇ ਖੁੱਲਣਗੇ। ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਸਮੇਂ ਉੱਪਰ ਵਰਖਾ ਨਹੀਂ ਹੋਵੇਗੀ, ਤੇ ਵਰਖਾ ਵੀ ਉਦੋਂ ਮਹਿਰਮ ਹੋਵੇਗੀ ਦੁਨੀਆ ਤੇ ਜਦੋਂ ਅੰਨ ਨਿਦਾਨ, ਅੰਨ ਕੱਟਣ ਦਾ ਵੇਲਾ ਆਵੇਗਾ। ਆਹ ਸਾਲ ਗੁਰੂ ਖਾਲਸਾ ਜੀ ਚੜਿਆ ਏ ਤੇ ਜਦੋਂ ਅੰਨ ਕੱਟਣ ਲੱਗੇ, ਕਣਕ ਕੱਟਣ ਦਾ ਵੇਲਾ ਆਇਆ ਤੇ ਬੇਵਕਤੀ ਜੀ ਗੁਰੂ ਖਾਲਸਾ ਜੀ ਵਰਖਾ ਬੜੀ ਹੋਈ ਹੈ। ਬੜਿਆਂ ਦਾ ਅੰਨ ਖਰਾਬ ਹੋਇਆ ਏ। ਪੱਟੀ ਦੇ ਵਿੱਚ ਤੇ ਵੇਖਿਆ ਗਿਆ ਏ ਵੀ ਮੰਡੀ ਦੇ ਵਿੱਚ ਫਸਲ ਪਈ ਸੀ ਤੇ ਗੜੇ ਗੁਰੂ ਖਾਲਸਾ ਜੀ ਵਰਖੇ। ਫਸਲਾਂ ਦੇ ਢੇਰੇ ਉੱਪਰ, ਕਣਕ ਦੇ ਢੇਰੇ ਉੱਪਰ ਗੜਿਆਂ ਦੇ ਢੇਰ ਲੱਗੇ ਵੇਖੇ ਗਏ ਨੇ। ਜੰਡਿਆਲੇ ਗਹਿਰੀ ਦੇ ਵਿੱਚ ਗੁਰੂ ਖਾਲਸਾ ਜੀ ਫਸਲ ਖਰਾਬ ਹੁੰਦੀ ਵੇਖੀ ਹੈ। ਹੋਰਨਾਂ ਮੰਡੀਆਂ ਵਿੱਚ ਵੀ ਇਹੋ ਜਿਹਾ ਵਰਤਾਰਾ। ਮਹਾਰਾਜ ਕਹਿੰਦੇ ਜਦੋਂ ਮੰਗਲਵਾਰ ਦੀ ਵਿਸਾਖੀ ਆਊਗੀ ਨਾ, ਜਦੋਂ ਅੰਨ ਦਾ ਨਿਦਾਨ ਕਹੀਏ, ਅੰਤਲਾ ਸਮਾਂ ਭਾਵ ਅੰਨ ਨੂੰ ਸਾਂਭਣ ਦਾ ਵੇਲਾ ਆਵੇਗਾ ਨਾ,
ਉਦੋਂ ਮੀਂਹ ਮਹਿਰਮ ਹੋਵੇਗਾ, ਮੀਂਹ ਬਹੁਤਾ ਪਵੇਗਾ। ਜੋ ਪਈ ਮੇਵੇ ਬਿਰਖ ਆਮ ਸਭ ਖਾਵੈ। ਸੱਚੇ ਪਾਤਸ਼ਾਹ ਜੀ ਕਹਿੰਦੇ ਲੋਕ ਬਹੁਤੇ ਮੇਵੇ ਖਾਣਗੇ, ਬਦਾਮ ਖਾਣਗੇ। ਪਿਛਲੇ ਸਾਲ ਵੀ ਤੇ ਆਹ ਵਾਲੇ ਸਾਲ ਵੀ ਦਿੱਲੀ 'ਚ ਕਿਸਾਨਾਂ ਦਾ ਮੋਰਚਾ ਲੱਗਾ, ਇਹ ਬਦਾਮਾਂ ਦੇ ਢੇਰ ਲੱਗੇ ਨੇ, ਉੱਥੇ ਬਹੁਤ ਸਾਰੇ ਮੇਵੇ ਵਰਤੇ ਤੇ ਖਾਧੇ। ਸੱਚੇ ਪਾਤਸ਼ਾਹ ਜੀ ਕਹਿੰਦੇ ਲੋਕ ਮੇਵੇ ਬਦਾਮ ਬਹੁਤੇ ਖਾਣਗੇ। ਖੇਤਰ ਮੈਂ ਹੈਗਾ ਚੁਪਾਏ ਪਾਵੈ। ਖੇਤਰ ਕਹੀਏ ਦੁਨੀਆ ਉੱਪਰ ਆਮ ਖੇਤਰ ਤਲ ਤੇ ਜਿਹੜੀਆਂ ਚੀਜ਼ਾਂ ਨੇ ਨਾ, ਖੇਤਰ ਤਲ ਤੇ ਉਹ 4 ਗੁਣਾ ਮਹਿੰਗੀਆਂ ਹੋ ਜਾਣਗੀਆਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। 60-70 ਦਾ ਸਰਸੋਂ ਦਾ ਤੇਲ ਆਉਂਦਾ ਸੀ, ਅੱਜ ਗੁਰੂ ਖਾਲਸਾ ਜੀ 160-70 ਦਾ ਹੋਇਆ ਹੈ। ਇੰਨੀ ਮਹਿੰਗਾਈ ਵਧੀ ਹੈ। ਦਾਸ ਇੱਕ ਦਿਨ ਗੁਰੂ ਖਾਲਸਾ ਜੀ ਸਰੀਆ ਖਰੀਦਣ ਗਿਆ ਤੇ 5500 ਨੂੰ ਸਰੀਆ ਖਰੀਦਿਆ 10 ਦਿਨ ਪਹਿਲਾਂ, ਤੇ 10 ਦਿਨਾਂ ਬਾਅਦ 6500 ਦਾ ਹੋ ਗਿਆ। ਆਮ ਡੀਜ਼ਲ ਦੀਆਂ, ਪੈਟਰੋਲ ਦੀਆਂ ਕੀਮਤਾਂ ਕਿੰਨੀਆਂ ਕੁ ਵੱਧ ਗਈਆਂ ਨੇ, ਗੁਰੂ ਖਾਲਸਾ ਜੀ ਇਹਦਾ ਅੰਦਾਜ਼ਾ ਨਹੀਂ ਹੈ। ਮਹਾਰਾਜ ਲਿਖਦੇ ਨੇ ਵੀ ਆਮ ਖੇਤਰ ਤਲ ਦੇ ਉੱਪਰ 4 ਗੁਣਾ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ। ਵਿਰੋਧ ਪਿਤਾ ਸੁਤ ਭੀਤਰ ਹੋਏ। ਪਿਓ ਤੇ ਪੁੱਤਰ ਦੇ ਵਿੱਚ ਵਿਰੋਧ ਹੋ ਜਾਵੇਗਾ, ਉਹ ਆਪਸ ਵਿੱਚ ਝਗੜਾ ਕਰਨਗੇ। ਪਿਓ ਪਿਤਾ ਦਾ, ਗੁਰੂ ਖਾਲਸਾ ਜੀ ਪੁੱਤਰ ਦਾ ਤੇ ਪਿਤਾ ਦਾ ਕੋਈ ਸੰਬੰਧ ਨਹੀਂ ਰਹੇਗਾ। ਪਿਓ ਪਿਤਾ ਨੂੰ ਕੋਈ ਜਾਣੇਗਾ ਨਹੀਂ, ਪੁੱਤਰ ਪਿਓ ਨੂੰ ਗੁਰੂ ਖਾਲਸਾ ਜੀ ਫੜ ਕੇ ਲਿਟਾ ਦੇਣਗੇ। ਊਚ ਨੀਚ ਬੂਝੇ ਨਹੀਂ ਕੋਏ। ਸੰਸਾਰ ਦੇ ਉੱਪਰ ਉੱਚੇ ਨੀਵੇਂ ਦੀ ਗੱਲ ਹੀ ਨਹੀਂ ਰਹੇਗੀ। ਵਿਦਿਆਰਥੀ ਇਹ ਨਹੀਂ ਸਮਝਣਗੇ ਵੀ ਇਹ ਮੇਰਾ ਟੀਚਰ ਹੈ, ਪੁੱਤ ਇਹ ਨਹੀਂ ਸਮਝੇਗਾ ਮੇਰਾ ਪਿਓ ਹੈ, ਧੀ ਇਹ ਨਹੀਂ ਸਮਝੇਗੀ ਮੇਰੀ ਮਾਂ ਹੈ। ਇਹ ਊਚ ਨੀਚ ਭਾਵ ਸਾਖ ਬਾ ਸਾਖ, ਦਰਜੇ ਬਾ ਦਰਜਿਆਂ ਵਾਲੀ ਗੱਲ ਦੁਨੀਆ ਤੋਂ ਅਲੋਪ ਹੋ ਜਾਵੇਗੀ। ਨੌਕਰ ਖਾਵੰਦ ਕੋ ਉਠ ਮਾਰੇ। ਮਹਾਰਾਜ ਕਹਿੰਦੇ ਸਾਲ ਦੇ ਵਿੱਚ ਜਿਹੜੇ ਨੌਕਰ ਹੈ ਨਾ, ਉਹ ਮਾਲਕਾਂ ਨੂੰ ਮਾਰਨਗੇ, ਨੌਕਰ ਮਾਲਕਾਂ ਦੇ ਕਤਲ ਕਰਨਗੇ। ਏਕ ਕੇ ਸਾਥ ਬਿਗਾਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਲੜਾਈਆਂ ਇੰਨੀਆਂ ਹੋਣਗੀਆਂ ਵੀ ਇੱਕ ਬੰਦਾ ਘਰ ਦੇ ਸਾਰੇ ਜੀਆਂ ਨਾਲ ਵਿਗਾੜ ਪਾ ਲਵੇਗਾ, ਕਿਸੇ ਦੀ ਵੱਸ ਦੀ ਗੱਲ ਨਹੀਂ ਰਹੇਗੀ, ਇੱਕ ਇੱਕ ਦੇ ਨਾਲ ਵਿਗਾੜ ਪੈ ਜਾਵੇਗਾ। ਐਵੇਂ ਕਿਸੇ ਦਾ ਮੂੰਹ ਕਿੱਧਰ ਨੂੰ, ਕਿਸੇ ਦਾ ਕਿੱਧਰ ਨੂੰ, ਕੱਲਿਓ ਕੱਲੀ ਤੁਰੇ ਫਿਰਨਗੇ। ਜਗ ਮੇ ਬਹੁ ਪੁਚਾਲ ਸੋ ਆਵੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਜਗਤ ਦੇ ਵਿੱਚ ਬਹੁਤੇ ਭੁਚਾਲ ਆਉਣਗੇ। ਗੁਰੂ ਖਾਲਸਾ ਜੀ ਕੁਝ ਦਿਨ ਪਹਿਲਾਂ ਹੀ ਖਬਰ ਸੀ ਤੇ ਸ਼ਾਇਦ ਆਏ ਵੀ ਨੇ ਵੀ ਦੁਨੀਆ ਦੇ ਉੱਪਰ ਬੜਾ ਤੇਜ਼ ਭੁਚਾਲ ਆ ਰਿਹਾ ਹੈ। ਮਹਾਰਾਜ ਕਹਿੰਦੇ ਜਦੋਂ ਮੰਗਲਵਾਰ ਦੀ ਵਿਸਾਖੀ ਆਵੇਗੀ ਦੁਨੀਆ ਉੱਪਰ ਬਹੁਤੇ ਭੁਚਾਲ ਆਉਣਗੇ। ਤੇ ਆਹ ਸਾਲ ਦੀ ਵਿਸਾਖੀ ਮੰਗਲਵਾਰ ਦੀ ਹੈ ਤੇ ਭੁਚਾਲ ਆਏ ਵੀ ਹੈ। ਇਹ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਜੋ ਬਚਨ ਕਹੇ ਆਪਣੀ ਦਿਵ ਦ੍ਰਿਸ਼ਟੀ ਨਾਲ ਵੇਖ ਕੇ ਦੁਨੀਆ ਉੱਪਰ ਉਹ ਸੱਚ ਹੋ ਗੁਜਰੇ ਹਨ। ਬੇੜੀ ਬਹੁ ਦਰਿਆਓ ਡੁੱਬੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਸਾਹਿਬ ਜੀ ਕਹਿੰਦੇ ਬੇੜੀ ਬਹੁ ਦਰਿਆਓ ਡੁਬਾਵੇ। ਬਹੁਤੀਆਂ ਬੇੜੀਆਂ ਦਰਿਆਵਾਂ ਵਿੱਚ ਡੁੱਬਣਗੀਆਂ। ਆ ਮੁੰਬਈ ਦੇ ਵਿੱਚ ਵੇਖੋ ਗੁਰੂ ਖਾਲਸਾ ਜੀ ਜਹਾਜ਼ ਜਿਹੜੇ ਹੈ ਨਾ ਉਹ ਸਮੁੰਦਰਾਂ 'ਚ ਡੁੱਬ ਗਏ, ਦਰਿਆਵਾਂ ਵਿੱਚ ਡੁੱਬ ਗਏ। ਕਹਿੰਦੇ ਇਹੋ ਜਿਹਾ ਖਤਰਨਾਕ ਸਮਾਂ ਆਵੇਗਾ। ਮਿਰਤਕ ਬਹੁਤ ਹੋਵੇ ਤਿਸ ਤਿਤ ਸਾਲ। ਹਾਂ ਤਿਸ ਸਾਲ ਬਹੁਤੀਆਂ ਮੌਤਾਂ ਹੋਣਗੀਆਂ, ਕੋਈ ਅੰਤ ਨਹੀਂ ਰਹੇਗਾ। ਕਿੰਨੀਆਂ ਮੌਤਾਂ ਹੋ ਰਹੀਆਂ ਨੇ, ਕਿੰਨੇ ਜਨਾਜ਼ੇ ਉੱਠ ਰਹੇ ਨੇ, ਕਿੰਨੀਆਂ ਅਰਥੀਆਂ ਉੱਠ ਰਹੀਆਂ ਨੇ। ਗੁਰੂ ਖਾਲਸਾ ਜੀ ਇਹੋ ਜਿਹਾ ਮੌਕਾ ਦਿੱਲੀ 'ਚ ਆਇਆ, ਸੁਣਿਆ ਏ ਵੀ ਜਿਹੜਾ ਕਰੋਨੇ ਨਾਲ ਮਰ ਜਾਂਦਾ ਹੈ ਨਾ ਪਾਠੀ ਸਿੰਘ ਉਹਦਾ ਅਖੰਡ ਪਾਠ ਵੀ ਨਹੀਂ ਕਰਦੇ। ਮੈਨੂੰ ਫੋਨ ਆਇਆ ਸੀ ਦਿੱਲੀ ਤੋਂ ਵੀ ਪੰਜਾਬ ਤੋਂ ਹੋ ਸਕੇ ਤੇ ਅਖੰਡ ਪਾਠੀ ਭੇਜੋ, ਸਾਡੇ ਘਰ ਵਿੱਚ ਤੇ ਅਖੰਡ ਪਾਠ ਵੀ ਕੋਈ ਨਹੀਂ ਕਰਦਾ। ਇਹੋ ਜਿਹਾ ਸਮਾਂ ਦੁਨੀਆ ਉੱਪਰ ਆ ਜਾਵੇਗਾ। ਅਗਨ ਦਹੈ ਬਸਦੋ ਸਰ ਸਾਲ। ਹਾਂ ਅੱਗ ਦੇ ਨਾਲ ਸਾਰਾ ਸਾਲ ਧਰਤੀ ਤੇ ਲੋਥਾਂ ਸੜਦੀਆਂ ਰਹਿਣਗੀਆਂ। ਇਹੋ ਜਿਹਾ ਵੇਲਾ ਆ ਜਾਵੇਗਾ। ਪੁਰਖ ਨਾਰ ਮੈਂ ਪਰੇ ਵਿਰੋਧ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਰੀ ਤੇ ਪੁਰਖ ਵਿੱਚ ਵਿਰੋਧ ਪੈ ਜਾਵੇਗਾ। ਦਵੇਂ ਜੀਆਂ ਦਾ ਘਰ ਵਿੱਚ ਝਗੜਾ ਹੋਵੇਗਾ ਬਿਨਾਂ ਗੱਲ ਤੋਂ ਹੀ। ਕੋਈ ਨਾ ਕਿਸ ਕੋ ਆਖੈ ਸੋਧ। ਹਾਂ ਕੋਈ ਕਿਸੇ ਦਾ ਫੈਸਲਾ ਨਹੀਂ ਕਰਾ ਸਕੇਗਾ।
ਕੋਈ ਇਹ ਨਹੀਂ ਕਹਿ ਸਕੇਗਾ ਵੀ ਬੰਦਾ ਸੱਚਾ ਹੈ, ਜਨਾਨੀ ਝੂਠੀ ਹੈ। ਕੋਈ ਕਿਸੇ ਨੂੰ ਸੱਚਾ ਝੂਠਾ ਨਹੀਂ ਕਹਿ ਸਕੇਗਾ। ਹਿੰਦ ਵਿੱਚ ਜੋ ਆਫਤ ਪਰੈ, ਹਿੰਦੁਸਤਾਨ ਵਿੱਚ ਖਾਸ ਕਰਕੇ ਜਿਹੜੀ ਵਿਪਤਾ ਪਵੇਗੀ ਨਾ, ਉਹ ਕਿਹੜੀ ਵਿਪਤਾ ਹੋਵੇਗੀ, ਅਗਲੀ ਤੁਕ ਵਿੱਚ ਮਹਾਰਾਜ ਦੱਸਦੇ ਹਨ। ਪਰਜਾ ਅੰਨ ਦੁਖ ਸੋ ਮਰੈ, ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਪਰਜਾ ਹੈ ਨਾ, ਇਹ ਅੰਨ ਦੁਖ ਤੋਂ ਮਰੇਗੀ। ਗੁਰੂ ਖਾਲਸਾ ਜੀ ਅੰਨਦਾਤਿਆਂ ਦਾ ਹੀ ਮੋਰਚਾ ਲੱਗਾ ਹੈ ਨਾ, ਤੇ ਅੰਨ ਦੇ ਦੁੱਖ ਕਰਕੇ ਵੀ ਸਾਡਾ ਅੰਨ ਤੁਸੀਂ ਲੈਣਾ ਨਹੀਂ, ਉਹਦੇ ਲਈ ਤੁਸਾਂ ਨੇ ਕਾਲੇ ਕਾਨੂੰਨ ਪਾਸ ਕੀਤੇ ਨੇ, ਉਹ ਵਾਪਸ ਲਓ। ਤੇ ਕਿੰਨੇ ਲੋਕ ਮਰਦੇ ਪਏ ਨੇ ਅੰਨ ਦੁੱਖ ਕਰਕੇ। ਤੇ ਮਹਾਰਾਜ ਕਹਿੰਦੇ ਜਦੋਂ ਮੰਗਲਵਾਰ ਦੀ ਵਿਸਾਖੀ ਹੋਵੇਗੀ ਨਾ, ਤੇ ਹਿੰਦੁਸਤਾਨ ਵਿੱਚ ਖਾਸ ਕਰਕੇ ਅੰਨ ਦੇ ਦੋਸ਼ ਕਰਕੇ, ਅੰਨ ਤੋਂ ਦੁਖੀ ਹੋ ਕੇ ਬਹੁਤੇ ਲੋਕ ਮਰਨਗੇ। ਮਾਰੈ ਆਪਸ ਦਸਮ ਕੇ ਜੋ ਹੋਵੇ ਸੁਲਤਾਨ, ਮਹਾਰਾਜ ਕਹਿੰਦੇ ਜਿਹੜਾ ਰਾਜਾ ਹੋਵੇਗਾ ਨਾ ਹਿੰਦੁਸਤਾਨ ਦਾ, ਉਹ ਲੋਕਾਂ ਨੂੰ ਦਸਮ ਕਹੀਏ ਅਨੋਖੇ ਢੰਗ ਦੇ ਨਾਲ ਮਾਰੇਗਾ, ਉਹ ਆਪਸ ਵਿੱਚ ਲੜਾ ਦੇਵੇਗਾ। ਦੇਖੋ ਕਿਸਾਨੀ ਲੀਡਰ ਵੀ ਉਹ ਵੀ ਆਪਸ ਦੇ ਵਿੱਚ ਲੜਦੇ ਪਏ ਨੇ। ਮਹਾਰਾਜ ਕਹਿੰਦੇ ਪਰਜਾ ਨੂੰ ਆਪਸ ਵਿੱਚ ਲੜਾ ਕੇ ਨਾ, ਇਦਾਂ ਦੇ ਅਨੋਖੇ ਢੰਗ ਦੇ ਨਾਲ ਰਾਜਾ ਜਿਹੜਾ ਹੈ ਉਹ ਲੋਕਾਂ ਨੂੰ ਮਰਵਾਵੇਗਾ। ਤਰਾਸ ਭਇਓ ਸਭ ਜਗਤ ਮੈਂ ਗਇਓ ਖਾਨ ਅਰ ਪਾਨ, ਸਾਰੇ ਜਗਤ ਦੇ ਵਿੱਚ ਸਾਰੇ ਦੇਸ਼ਾਂ 'ਚ ਡਰ ਜਿਹਾ ਹੀ ਫੈਲ ਜਾਵੇਗਾ ਬਿਮਾਰੀ ਦਾ, ਇਹ ਮਹਾਂਮਾਰੀ ਦਾ, ਇਹ ਆਫਤ ਦਾ। ਲੋਕਾਂ ਨੂੰ ਖਾਣਾ ਪੀਣਾ ਭੁੱਲ ਜਾਵੇਗਾ। ਇਹ ਸਮਾਂ ਹਿੰਦੁਸਤਾਨ ਵਿੱਚ ਤੇ ਖਾਸ ਕਰਕੇ ਪੰਜਾਬ ਵਿੱਚ ਵੀ ਇਹ ਝੱਖੜ ਝੁੱਲ ਰਿਹਾ ਹੈ। ਇਹ ਲੱਛਣ ਇਹ ਸਾਲ ਮੈਂ ਜੋ ਮੰਗਲ ਦਿਨ ਹੋਏ, ਮਹਾਰਾਜ ਸਾਹਿਬ ਜੀ ਕਹਿੰਦੇ ਮੰਗਲਵਾਰ ਦੇ ਦਿਨ ਜਦੋਂ ਵਿਸਾਖੀ ਹੋਵੇਗੀ ਨਾ, ਇਹ ਲੱਛਣ ਹੋਣਗੇ। 100 ਸਾਲ ਦੇ ਵਿੱਚ ਗੁਰੂ ਖਾਲਸਾ ਜੀ ਇੱਕ ਸਦੀ ਵਿੱਚ ਇਹ 7 ਵਿਸਾਖੀਆਂ ਆਉਂਦੀਆਂ ਨੇ। ਸੋਮਵਾਰ ਦੀ ਵਿਸਾਖੀ, ਮੰਗਲਵਾਰ, ਬੁੱਧਵਾਰ, ਵੀਰਵਾਰ, ਜੋ ਮਾਰ ਹੁੰਦਾ ਹੈ। ਇਹ ਸੱਚੇ ਪਾਤਸ਼ਾਹ ਵਿਸਾਖੀਆਂ ਦੀ ਕਥਾ ਸ਼ਨੀਚਰਵਾਰ ਤੋਂ ਸ਼ੁਰੂ ਹੁੰਦੀ ਹੈ। ਸ਼ਨੀਵਾਰ ਪਹਿਲੀ ਵਿਸਾਖੀ ਆਉਂਦੀ ਹੈ, ਫਿਰ ਐਤਵਾਰ, ਫਿਰ ਸੋਮਵਾਰ, ਫਿਰ ਮੰਗਲਵਾਰ, ਬੁੱਧਵਾਰ, ਵੀਰਵਾਰ, ਐਸਾ ਕੁਝ ਹੋ ਨਿਬੜ। ਦੇਖੋ ਆਨੰਦ ਜੀ ਹਰ ਭਾਵੈ ਸੋ ਹੋਏ, ਸਿੰਘ ਬੈਠੇ ਸੀ ਤੇ 5 ਸਿੰਘਾਂ ਵਿੱਚ ਨੰਦ ਲਾਲ ਵੀ ਬੈਠੇ ਸੀ। ਤੇ ਮਹਾਰਾਜ ਨੰਦ ਲਾਲ ਜੀ ਨਾਲ ਪਿਆਰ ਬੜਾ ਰੱਖਦੇ ਸੀ। ਤੇ ਨੰਦ ਲਾਲ ਨੂੰ ਕਹਿਣ ਲੱਗੇ, ਨੰਦ ਲਾਲ ਜੀ ਅੱਗੇ ਵੇਖੋ ਵੀ ਜਿੱਦਾਂ ਹਰੀ ਨੂੰ ਭਾਵੇਗਾ ਉਦਾਂ ਹੀ, ਤੇ ਜੇ ਹਰੀ ਨੂੰ ਚਾਹਵੇ ਤੇ ਇਸੇ ਤਰ੍ਹਾਂ ਹੀ ਹੋਵੇਗਾ। ਇਹ ਗੁਰੂ ਖਾਲਸਾ ਜੀ ਮੰਗਲ ਪ੍ਰਕਾਸ਼ 100 ਸਾਖੀ ਦੇ ਵਿੱਚ ਇਹ ਸਾਖੀ ਲਿਖੀ ਹੈ। ਨਾਨਕਸਰ ਵਾਲੇ ਮਹਾਂਪੁਰਖਾਂ ਨੇ ਜਿਹੜਾ ਜੀਵਨ ਲਿਖਿਆ ਹੈ ਬਾਬਾ ਨੰਦ ਸਿੰਘ ਜੀ ਦਾ, ਮੈਂ ਸੁਣਿਆ ਹੈ ਕਿਸੇ ਸਿੰਘ ਤੋਂ ਵੀ ਉਸ ਜੀਵਨ ਦੇ ਵਿੱਚ ਵੀ ਗੁਰੂ ਖਾਲਸਾ ਜੀ ਇਹ 7 ਵਿਸਾਖੀਆਂ ਦੀ ਕਥਾ ਹੈ। ਅਤੇ ਗੁਰੂ ਖਾਲਸਾ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਜਿਨ੍ਹਾਂ ਦੇ ਵਡੇਰੇ ਬਾਬਾ ਬੀਰਮਦਾਸ ਜੀ ਹੋਏ ਨੇ, ਉਹਨਾਂ ਮਹਾਂਪੁਰਖਾਂ ਦੇ ਉੱਤਰਾਧਿਕਾਰੀ ਅਤੇ ਉਹਨਾਂ ਦੇ ਸੇਵਾਦਾਰ ਬਾਬਾ ਮਨਜੀਤ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਨੇ ਖਾਸ ਕਰਕੇ ਮੈਨੂੰ ਹੁਕਮ ਲਾਇਆ ਸੀ ਵੀ ਇਹ ਕਥਾ ਆਪ ਸੰਗਤਾਂ ਤੱਕ ਪਹੁੰਚਾਓ। ਤੇ ਉਹਨਾਂ ਦੱਸਿਆ ਵੀ ਇਹ ਕਥਾ ਇਸ ਤਰ੍ਹਾਂ 100 ਸਾਖੀ ਮੰਗਲ ਪ੍ਰਕਾਸ਼ ਵਿੱਚ ਦਰਜ ਹੈ। ਸੋ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਲਿਖਿਆ ਹੈ ਗੁਰੂ ਖਾਲਸਾ ਜੀ, ਮੈਂ ਉਹ ਤੁਹਾਡੇ ਤਾਈਂ ਇਨ ਬਾ ਇਨ, ਜਿਵੇਂ ਅੱਖਰ ਬਾਈ ਅੱਖਰ ਲਿਖਿਆ ਹੈ ਉਹ ਪਹੁੰਚਾਉਣ ਦਾ ਯਤਨ ਕੀਤਾ ਹੈ। ਧੰਨ ਨੇ ਕਲਗੀਧਰ ਪਾਤਸ਼ਾਹ ਜੀ, ਜਿਹੜੇ ਗੁਰੂ ਖਾਲਸਾ ਜੀ ਕਵੀਆਂ ਦੇ ਕਵੀ, ਯੋਧਿਆਂ ਦੇ ਯੋਧੇ ਤੇ ਭਵਿੱਖਵਾਨਾਂ ਵਿੱਚੋਂ ਵੱਡੇ ਭਵਿੱਖਵਾਨ ਹੋਏ ਨੇ। ਇਹ ਕਿਸੇ ਦੇ ਵੱਸ ਦੀ ਗੱਲ ਕੋਈ ਨਹੀਂ ਹੈ। ਲਿਖਿਆ ਕਰਤਾਰ ਜਿੱਦਾਂ ਨਹੀਂ ਹੈ ਸਾਧ ਸੰਗਤ ਚ ਸਕਦਾ ਹੈ। ਇਸ ਲਈ ਗੁਰਧਾਮਾਂ ਵਿੱਚ, ਮੰਦਰਾਂ ਮਸੀਤਾਂ ਵਿੱਚ ਜੈਸਾ ਕਿਸੇ ਦਾ ਧਰਮ ਹੈ ਮਿਲ ਕੇ ਮਹਾਰਾਜ ਸੱਚੇ ਪਾਤਸ਼ਾਹ ਐਸੇ ਵਿਖੜੇ ਸਮੇਂ ਤੋਂ ਸਹਾਇਤਾ ਕਰਕੇ ਸਾਨੂੰ ਰੱਖ ਲਵੋ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਇਹ ਲੱਛਣ ਇਹ ਸਾਲ ਮੈਂ ਜੋ ਮੰਗਲ ਦਿਨ ਹੋਏ, ਆਗੇ ਦੇਖੋ ਆਨੰਦ ਜੀ ਹਰ ਭਾਵੈ ਸੋ ਹੋਏ।